ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਤੁਹਾਨੂੰ ਜਿੱਦਾਂ ਕਿ ਪਤਾ ਹੈ ਅਸੀਂ ਕੰਟੀਨਿਊ ਕੀਤਾ ਹੈ ਤੁਹਾਡੇ ਨਾਲ ਆਪਣਾ ਜਿਹੜਾ ਚੈਪਟਰ ਮਾਡਰਨ ਪੀਰੀਓਡਿਕ ਟੇਬਲ ਦੇ ਜਿਹੜੇ ਮੈਂ ਕੁਐਸਚਨਸ ਤੁਹਾਡੇ ਨਾਲ ਡਿਸਕਸ ਕਰ ਰਹੀ ਸੀ। ਅੱਜ ਅਸੀਂ ਅਗਲੇ ਕੁਝ 4-5 ਕੁਐਸਚਨਸ ਡਿਸਕਸ ਕਰਾਂਗੇ। ਬੇਟਾ ਵੈਰੀ ਇੰਪੋਰਟੈਂਟ ਅਕੋਰਡਿੰਗ ਟੂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ, ਵੈਰੀ ਇੰਪੋਰਟੈਂਟ ਅਕੋਰਡਿੰਗ ਟੂ ਕੰਪੀਟੀਸ਼ਨ ਪੁਆਇੰਟ ਆਫ ਵਿਊ, ਕਿਉਂਕਿ ਇਸ ਚੈਪਟਰ ਦੇ ਜਿਹੜੇ ਵੀ ਕੁਐਸਚਨ ਆਉਂਦੇ ਕਿਤੇ ਈਜ਼ੀ ਸੌਟ ਆਊਟ ਨਹੀਂ ਹੁੰਦੇ। ਤੋ ਲੈਟ ਅਸ ਸਟਾਰਟ ਵਿਦ ਕੁਐਸਚਨ ਨੰਬਰ 18th, ਜਿਹੜਾ ਆਵਰਤੀ ਸਾਰਨੀ ਵਿੱਚ ਬੋਰਨ ਤੱਤ ਕਾਲਮ ਦੇ ਸਾਰੇ ਤੱਤਾਂ ਦੇ ਸਾਂਝੋ ਗੁਣ ਕੀ ਹਨ। ਕਹਿੰਦਾ ਕਿ ਜਿੱਦਾਂ ਵੀ ਜਿਹੜੇ ਵੀ ਬੋਰਨ ਦੇ ਤੱਤ ਕਾਲਮ ਵਾਲੇ ਤੱਤ ਹੈ, ਮੈਂ ਕੋਡ ਤੁਹਾਨੂੰ ਯਾਦ ਕਰਾਇਆ ਹੋਇਆ ਇਹਦਾ, ਠੀਕ ਹੈ ਨਾ। ਉਹਨਾਂ ਦੇ ਸਾਰੇ ਤੱਤਾਂ ਦੇ ਸਾਂਝੇ ਗੁਣ ਕੀ ਹੈ। ਇੱਦਾਂ ਹੀ ਆਵਰਤੀ ਸਾਰਨੀ ਵਿੱਚ ਫਲੋਰੀਨ ਕਾਲਮ ਦੇ ਸਾਰੇ ਤੱਤਾਂ ਦੇ ਸਾਂਝੇ ਗੁਣ ਕੀ ਹੈ। ਬੇਟਾ ਜੇ ਮੈਂ ਬੋਰਨ ਦੀ ਗੱਲ ਕਰਾਂ ਤਾਂ 13ਵੇਂ ਦੇ ਨਾਲ ਜਿਹੜੀ ਇਹਦੀ ਸੰਖਿਆ ਹੈ 13ਵਾਂ ਗਰੁੱਪ ਨਾਲ ਸੰਬੰਧ ਰੱਖਦੇ ਨੇ, ਅਤੇ ਸਾਰੇ ਬਾਹਰਲੇ ਸ਼ੈੱਲਾਂ ਵਿੱਚ ਕਿੰਨੇ ਇਲੈਕਟ੍ਰੋਨ ਹੈ? 3। ਜੇ ਮੈਂ ਤੁਹਾਨੂੰ ਦੱਸਾਂ ਤਾਂ ਮੈਂ ਇਹਦਾ ਤੁਹਾਨੂੰ ਕੋਡ ਯਾਦ ਕਰਾਇਆ ਹੋਇਆ ਹੈ, ਬਦਲ ਗਿਆ Ga ਗਿਆ ਗੈਲੀਅਮ, ਠੀਕ ਹੈ ਨਾ, ਇੰਡੀਆ ਥੋੜਾ, ਠੀਕ ਹੈ ਨਾ। ਇਹ ਮੈਂ ਤੁਹਾਨੂੰ ਇਹਦਾ ਕੋਡ ਯਾਦ ਕਰਾਇਆ ਹੋਇਆ ਹੈ ਤੇ ਤੁਹਾਨੂੰ ਇਹ ਪਤਾ ਲੱਗੇਗਾ ਕਿ 13ਵੇਂ ਇਹ ਸ਼ੈੱਲ ਦੇ ਨਾਲ ਸੰਬੰਧ ਰੱਖਦੇ ਨੇ, 13ਵੇਂ ਗਰੁੱਪ ਦੇ ਨਾਲ ਸੰਬੰਧ ਰੱਖਦੇ। ਇਹਦਾ ਮਤਲਬ ਸਾਰੇ ਜਿਹੜੇ ਬਾਹਰ ਇਲੈਕਟ੍ਰੋਨ ਹੈ ਉਹਨਾਂ ਦੀ ਸੰਖਿਆ ਕੀ ਹੈ? 3 ਹੋਵੇਗੀ। ਸਿਮਿਲਰਲੀ ਜਿਹੜੇ ਫਲੋਰੀਨ ਹੈ ਉਹ 17ਵੇਂ ਗਰੁੱਪ ਨਾਲ ਸੰਬੰਧ ਰੱਖਦੇ ਨੇ, ਠੀਕ ਹੈ ਨਾ। ਤਾਂ ਉਹਨਾਂ ਦੇ ਜਿਹੜੇ ਬਾਹਰਲੇ ਸ਼ੈੱਲ ਹੈ ਉਹਨਾਂ ਦੀ ਜਿਹੜੀ ਸੰਖਿਆ, ਬਾਹਰਲੇ ਸ਼ੈੱਲ 'ਚ ਜਿੰਨੇ ਇਲੈਕਟ੍ਰੋਨ ਹੈ ਉਹਨਾਂ ਦੀ ਸੰਖਿਆ 7 ਹੋਏਗੀ। ਇਹ ਸਾਰੇ ਤੱਤ ਹਨ ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ, ਤੇ ਇਹ ਆਤਾਤਾਂ ਹਨ। ਜਦਕਿ ਜਦੋਂ ਆਪਾਂ ਬੋਰੋਨ ਦੀ ਗੱਲ ਕਰੀਏ ਤਾਂ ਉਹ 3 ਹੈ ਬਾਹਰ ਇਲੈਕਟ੍ਰੋਨ, ਤੋਂ ਸਭ ਤਾਤਾਂ ਹਨ। ਪੇਪਰ 'ਚ ਆ ਸਕਦਾ ਹੈ ਕੁਐਸਚਨ ਕਿ ਜਿਹੜੇ ਬੋਰੋਨ ਹੈ ਉਹਨਾਂ ਦੇ ਤੱਤ ਜਿਹੜੇ ਵੀ ਗਰੁੱਪ ਹੈ ਉਹਨਾਂ 'ਚ ਕੀ ਸਾਂਝ ਚੀਜ਼ ਹੈ। ਸਾਂਝ ਚੀਜ਼ ਇਹੀ ਹੈ ਕਿ ਬਾਹਰਲੇ ਸ਼ੈੱਲ ਵਿੱਚ 3 ਇਲੈਕਟ੍ਰੋਨ ਹੈ ਤੇ ਸਾਰੀਆਂ ਤਾਤਾਂ ਹਨ। ਇੱਦਾਂ ਹੀ ਫਲੋਰੀਨ ਦੇ ਬਾਹਰਲੇ ਸ਼ੈੱਲ ਵਿੱਚ 7 ਇਲੈਕਟ੍ਰੋਨ ਹੈ ਤੇ ਸਾਰੀਆਂ ਹੀ ਤਾਤਾਂ ਹਨ। ਚਲੋ ਬੇਟਾ ਅੱਗੇ ਗੱਲ ਕਰਦੇ ਹਾਂ ਆਪਣੇ 19th ਕੁਐਸਚਨ ਦੀ। ਵੈਰੀ ਇੰਪੋਰਟੈਂਟ ਕੁਐਸਚਨ ਅਗੇਨ। ਇੱਕ ਪਰਮਾਣੂ ਦੀ ਇਲੈਕਟ੍ਰੋਨਿਕ ਤਰਤੀਬ 2 8 7 ਹੈ। ਪਹਿਲੇ ਤਾਂ ਗਿਣੋ, 8 + 2 10 ਤੇ 7 17। ਇੱਕ ਕੋਈ ਵੀ ਸਾਡਾ ਪਰਮਾਣੂ ਹੈ ਉਹਦੀ ਜਿਹੜੀ ਇਲੈਕਟ੍ਰੋਨਿਕ ਤਰਤੀਬ 2 8 7 ਹੈ, ਮਤਲਬ ਉਹਦਾ ਪਰਮਾਣੂ ਅੰਕ 17 ਹੈ। ਇਸ ਤੱਤ ਦਾ ਪਰਮਾਣੂ ਅੰਕ ਅਤੇ ਨਾਂ ਕੀ ਹੈ? ਬੇਟਾ 17 ਹੈ ਤੇ ਤੁਹਾਨੂੰ ਮੈਂ ਕੋਡ ਯਾਦ ਕਰਾਏ ਹੋਏ ਆ। 17 ਕਿਹਦਾ ਹੁੰਦਾ ਹੈ? ਕਲੋਰੀਨ ਦਾ। 17 ਕਿਹਦਾ ਹੁੰਦਾ ਹੈ? ਕਲੋਰੀਨ ਦਾ। ਹੇਠ ਲਿਖਿਆ ਵਿੱਚੋਂ ਕਿਸ ਨਾਲ ਇਸ ਦੇ ਰਸਾਇਣਿਕ ਸਮਾਨਤਾ ਹੋਵੇਗੀ? ਪਰਮਾਣੂ ਅੰਕ ਬ੍ਰੈਕਟ 'ਚ ਦਿੱਤੇ ਗਏ ਹੈ। ਬੇਟਾ ਮੇਰੀ ਗੱਲ ਸੁਣੋ, ਸਭ ਤੋਂ ਪਹਿਲੇ ਤਾਂ ਨਾਈਟ੍ਰੋਜਨ ਦਿੱਤਾ 7, ਫਲੋਰੀਨ ਦਿੱਤਾ 9, ਪੋਟਾਸ਼ੀਅਮ ਦਿੱਤਾ 15 ਤੇ ਆਰਗਨ ਦਿੱਤਾ 18। ਕਹਿੰਦਾ ਇਸ ਦੀ ਰਸਾਇਣਿਕ ਸਮਾਨਤਾ F9 ਨਾ ਹੋਏਗੀ। ਜੇ ਮੈਂ F9 ਨੂੰ ਲਿਖਾਂ ਤੇ ਪਹਿਲੇ 'ਚ ਸਾਡੇ 2 ਇਲੈਕਟ੍ਰੋਨ ਆ ਗਏ F ਦੇ ਜੀ। ਆਹ ਦੇਖੋ ਲਿਖੇ ਹੋਏ ਹੈ। ਫਲੋਰੀਨ ਪਹਿਲੇ 'ਚ ਕਿੰਨੇ ਆ ਗਏ? 2 ਇਲੈਕਟ੍ਰੋਨ, ਦੂਜੇ 'ਚ 7। ਕਲੋਰੀਨ ਪਹਿਲੇ 'ਚ 2 8 7, ਬ੍ਰੋਮੀਨ 2 8 8 18 7 ਤੇ ਆਇਓਡੀਨ 2 8 8 18 7, ਠੀਕ ਹੈ। ਹੁਣ ਇਹਦੀ ਸਮਾਨਤਾ ਕਿਉਂ ਹੋਏਗੀ ਫਲੋਰੀਨ ਦੇ ਨਾਲ? ਇਸ ਦੀ ਰਸਾਇਣਿਕ ਸਮਾਨਤਾ ਫਲੋਰੀਨ ਨਾਲ ਹੋਵੇਗੀ ਕਿਉਂਕਿ ਤੱਤ ਦੇ ਬਾਹਰਲੇ ਸ਼ੈੱਲ ਵਿੱਚ ਇਲੈਕਟ੍ਰੋਨ ਦੀ ਸੰਖਿਆ 7 ਹੈ ਅਤੇ ਇਸ ਲਈ ਇਹ ਗਰੁੱਪ ਪਰਮਾਣੂ ਦੀ ਸੰਖਿਆ 17 ਨਾਲ ਸੰਬੰਧ ਰੱਖਦਾ ਹੈ। ਇਸ ਗਰੁੱਪ ਦੇ ਪਰਮਾਣੂ ਜਿਨ੍ਹਾਂ ਦੇ ਬਾਹਰਲੇ ਸ਼ੈੱਲ ਵਿੱਚ 7 ਇਲੈਕਟ੍ਰੋਨ ਹੁੰਦੇ ਨੇ ਉਹਨਾਂ ਦੇ, ਆ ਦੇਖੋ ਫਲੋਰੀਨ ਉਹਨੇ ਦਿਖਾਤਾ, ਕਲੋਰੀਨ ਮੈਂ ਤੁਹਾਨੂੰ ਦਿਖਾਤਾ, ਬ੍ਰੋਮੀਨ ਦਿਖਾਤਾ, ਆਇਓਡੀਨ। ਮਤਲਬ ਜੇ ਸਮਾਨਤਾ ਆਏਗੀ ਤਾਂ ਸਿਰਫ ਗਰੁੱਪ ਦੇ ਇਹਨਾਂ ਐਲੀਮੈਂਟਸ ਨਾਲ ਆਏਗੀ। ਜੇ ਚਲੋ ਮੈਂ ਪਹਿਲਾਂ ਇੱਥੇ ਨਾਈਟ੍ਰੋਜਨ ਲੈ ਲੈਂਦੀ ਹਾਂ। ਨਾਈਟ੍ਰੋਜਨ ਦੇ ਪਹਿਲੇ 'ਚ 2 ਹੋ ਗਏ ਬੇਟਾ, ਠੀਕ ਹੈ। ਨਾਈਟ੍ਰੋਜਨ ਦੇ ਪਹਿਲੇ 'ਚ ਕਿੰਨੇ ਹੋ ਗਏ? 2। ਦੂਜੇ 'ਚ ਕਿੰਨੇ ਹੋ ਗਏ? 5, ਠੀਕ ਹੈ। ਇਹਦਾ ਮਤਲਬ ਇਹਦੇ ਬਾਹਰਲੇ ਸ਼ੈੱਲ 'ਚ 7 ਨਹੀਂ ਹੋਏ। ਇਹਦੀ ਰਸਾਇਣਿਕ ਸਮਾਨਤਾ ਕਲੋਰੀਨ ਦੇ ਨਾਲ ਨਹੀਂ ਹੋਏਗੀ। ਸਿਮਿਲਰਲੀ ਫਾਸਫੋਰਸ ਤੇ ਆਰਗਨ, ਆਰਗਨ ਤੇ ਸਾਡੀ ਨੋਬਲ ਗੈਸ ਹੈ, ਇਹਦਾ ਤਾਂ ਪੂਰਾ ਭਰਿਆ ਹੀ ਹੋਇਆ ਸ਼ੈੱਲ, ਠੀਕ ਹੈ। ਚਲੋ ਅੱਗੇ ਗੱਲ ਕਰਦੇ ਹਾਂ ਬੇਟਾ ਮੈਂ ਤੁਹਾਡੇ ਨਾਲ 20ਵੇਂ ਕੁਐਸਚਨ ਦੀ। 20ਵਾਂ ਕੁਐਸਚਨ ਹੈ ਆਵਰਤੀ ਸਾਰਨੀ ਵਿੱਚ 3 ਤੱਤ ABC ਦਿੱਤੇ ਹੈ। 3 ਤੱਤ ਸਾਨੂੰ ABC ਦਿੱਤੇ ਹੈ। ਹੇਠ ਲਿਖੇ ਉਹਨਾਂ ਦੀ ਸਥਿਤੀ ਹੈ ਜੀ ਗਰੁੱਪ 16 ਤੇ 17। ਬੇਟਾ ਹੁਣ ਤੁਹਾਨੂੰ ਗਰੁੱਪ 16 ਤੋਂ ਪਤਾ ਲੱਗ ਗਿਆ ਕਿ ਇਹਦੇ ਜਿਹੜੇ ਬਾਹਰਲੇ ਸ਼ੈੱਲ ਹੈ ਉਹਦੇ 'ਚ 6 ਇਲੈਕਟ੍ਰੋਨ ਹੈ। ਗਰੁੱਪ 17 ਦੇ ਬਾਹਰਲੇ ਸ਼ੈੱਲ 'ਚ 7 ਇਲੈਕਟ੍ਰੋਨ ਹੈ। ਤੁਸੀਂ ਕਿ ਸਾਨੂੰ ਕੀ ਦੱਸਣਾ ਕਿ A ਧਾਤ ਹੈ ਜਾਂ ਅ ਧਾਤ। ਤੇ ਗਰੁੱਪ 17 ਕੀ ਹੁੰਦੀ ਹੈ? ਫਲੋਰੀਨ, ਕਲੋਰੀਨ, ਬ੍ਰੋਮੀਨ ਵਾਲੀ। ਗਰੁੱਪ 17 ਦੇ ਤੱਤ ਬਾਹਰਲੇ ਸੰਯੋਜਕਤਾ ਸੈੱਲ ਦੀ ਸੰਖਿਆ ਕੀ ਹੈ? 7 ਹੈ। 7 ਹੈ ਨਾ ਇਹਦੇ ਬਾਹਰਲੇ ਸ਼ੈੱਲ 'ਚ। 17 ਤੋਂ ਤੁਸੀਂ ਜੱਜ ਕਰ ਲਿਆ। ਇਹਦੇ ਬਾਹਰਲੇ ਸ਼ੈੱਲ 'ਚ 6 ਹੈ। ਇਲੈਕਟ੍ਰੋਨ ਲੈਣ ਦੀ ਸਮਰੱਥਾ ਹੈ, ਇਸ ਲਈ ਇਹ ਸਾਰੇ ਤਾਤਾਂ ਨੇ। ਕਿੰਨਾ ਈਜ਼ੀ ਆਨਸਰ ਆ ਗਿਆ ਕਿ ਜੀ ਇਹ ਇਹਦੇ 'ਚੋਂ ਇਲੈਕਟ੍ਰੋਨ ਲੈਣ ਦੀ। ਕਿਉਂ? ਇਹਦੀ ਇਲੈਕਟ੍ਰੋਨਿਕ ਕੌਨਫਿਗ ਕੁਛ ਵੀ ਹੋਵੇ, ਬਾਹਰਲੇ 'ਚ 7 ਇਲੈਕਟ੍ਰੋਨ ਹੈ, 7 ਤੋਂ ਦੇ ਨਹੀਂ ਸਕਦਾ ਕਿਸੇ ਨੂੰ, ਇੱਕੋ ਲਏਗਾ। ਜਿਹੜਾ ਲਏਗਾ ਉਹ ਕੀ ਹੋਏਗੀ? ਅਧਾਤ।
ए ਦੇ ਟਾਕਰੇ ਵਿੱਚ C ਵਧੇਰੇ ਕਿਰਿਆਸ਼ੀਲ ਹੈ ਜਾਂ ਘੱਟ। ਜਿਹੜਾ A ਹੈ ਉਹ ਵਧੇਰੇ ਕਿਰਿਆਸ਼ੀਲ ਹੈ ਕਿ C। ਜਦੋਂ ਆਪਾਂ ਹੇਠ ਵੱਲ ਆਉਂਦੇ ਹਾਂ ਤਾਂ ਪਰਮਾਣੂ ਸਾਈਜ਼ ਵੱਧਦਾ ਹੈ। ਕਿਉਂ ਬੇਟਾ ਪਰਮਾਣੂ ਸਾਈਜ਼ ਕਿਉਂ ਵੱਧਦਾ ਹੈ? ਆ ਦੇਖੋ, ਜਿੱਦਾਂ ਹੁਣ ਮੰਨ ਲਓ ਕਿ ਪਹਿਲੇ ਤੇ ਇੱਥੇ 2 ਸ਼ੈੱਲ ਹੈ, ਠੀਕ ਹੈ। ਜਦੋਂ ਆਪਾਂ ਥੱਲੇ ਆ ਰਹੇ ਹਾਂ, ਇੱਥੇ 3 ਇੱਥੇ 4 ਸ਼ੈੱਲ ਹੋ ਗਏ। ਜਦੋਂ ਆਪਾਂ ਥੱਲੇ ਆ ਰਹੇ ਹਾਂ ਤਾਂ ਪਰਮਾਣੂ ਜਿਹੜਾ ਸਾਈਜ਼ ਆ ਉਹ ਵੱਧਦਾ ਹੈ। ਇਸ ਲਈ ਨਿਊਕਲੀਅਸ ਦੀ ਸੰਯੋਜਕਤਾ ਇਲੈਕਟ੍ਰੋਨ ਨੂੰ ਆਕਰਸ਼ਣ ਕਰਨ ਦੀ ਘਟਦੀ ਹੈ। ਇਸ ਲਈ ਕਿਰਿਆਸ਼ੀਲਤਾ ਹੇਠ ਵੱਲ ਆਉਣ ਨਾਲ ਘਟਦੀ ਹੈ। ਜਦੋਂ ਅਸੀਂ ਉੱਤੇ ਤੋਂ ਥੱਲੇ ਆਉਂਦੇ ਹਾਂ ਤੇ ਕਿਰਿਆਸ਼ੀਲਤਾ ਘਟਦੀ ਹੈ। ਕਿਉਂ ਘਟਦੀ ਹੈ? ਕਿਉਂਕਿ ਸਾਈਜ਼ ਵੱਧਦਾ ਹੈ। ਸਾਈਜ਼ ਕੀ ਕਰਦਾ ਹੈ? ਵੱਧਦਾ ਹੈ। ਤੇ ਇਹਦਾ ਮਤਲਬ ਕਿਰਿਆਸ਼ੀਲਤਾ ਜਿਹੜੀ ਹੈ ਉਹ ਘਟਦੀ ਹੈ, ਸਾਈਜ਼ ਇਨਕਰੀਜ਼ ਹੁੰਦਾ ਹੈ। ਇਹਦੇ ਕਰਕੇ ਸਾਡਾ ਕੀ ਆਨਸਰ ਆਏਗਾ ਕਿ C A ਦੀ ਤੁਲਨਾ ਵਿੱਚ ਘੱਟ ਕਿਰਿਆਸ਼ੀਲ ਹੈ, ਕਿਉਂਕਿ A ਸਾਡਾ ਉੱਪਰ ਹੈ ਤੇ C ਸਾਡਾ ਥੱਲੇ ਹੈ। ਹੁਣ ਅੱਗੇ ਕੁਐਸਚਨ ਆ ਗਈ ਕਿ B ਨਾਲੋਂ C ਦਾ ਸਾਈਜ਼ ਵੱਡਾ ਹੈ ਜਾਂ ਛੋਟਾ ਹੈ। ਮੈਂ ਤੁਹਾਨੂੰ ਪਹਿਲੇ ਹੀ ਗੱਲ ਦੱਸੀ ਕਿ B ਨਾਲੋਂ C ਦਾ ਸਾਈਜ਼ ਜਿਹੜਾ ਹੈ ਉਹ ਛੋਟਾ ਹੈ, ਕਿਉਂਕਿ ਹੁਣ ਆਪਾਂ ਪੀਰੀਅਡ ਵਾਈਜ਼ ਕੰਪੈਰੀਜ਼ਨ ਕਰਨਾ ਹੈ। B ਨਾਲੋਂ ਜਿਹੜਾ C ਦਾ ਸਾਈਜ਼ ਛੋਟਾ ਹੈ। ਕਿਉਂ? ਕਿਉਂਕਿ ਜਦੋਂ ਆਪਾਂ B ਤੋਂ C ਮੂਵ ਕਰਦੇ ਹਾਂ, ਜਿਹੜਾ ਸਾਡਾ ਨਿਊਕਲੀਅਰ ਚਾਰਜ ਹੁੰਦਾ ਹੈ ਉਹ ਸਾਡਾ ਵੱਧਦਾ ਹੈ। ਨਿਊਕਲੀਅਸ ਚਾਰਜ ਸਾਡਾ ਵੱਧਦਾ ਹੈ, ਜਿਹਦੇ ਕਰਕੇ ਜਿਹੜਾ C ਦਾ ਸਾਈਜ਼ ਹੈ ਉਹ B ਦੇ ਨਾਲੋਂ ਕੀ ਹੈ? ਛੋਟਾ ਹੈ। ਠੀਕ ਹੈ, C ਪਾਰਟ ਵੀ ਹੋ ਗਿਆ। D ਪਾਰਟ ਹੈ ਸਾਡਾ ਤੱਤ A ਕਿਸ ਪ੍ਰਕਾਰ ਦਾ ਆਇਨ, ਕੇਟਾਇਨ ਜਾਂ ਐਨਾਇਨ ਬਣਾਉਂਦੀ ਹੈ। ਦੇਖੋ ਬੇਟਾ, ਜਿਹੜਾ A ਹੈ ਉਹ ਇਲੈਕਟ੍ਰੋਨ ਗੇਨ ਕਰੇਗਾ। ਜਦੋਂ ਤੁਸੀਂ ਇਲੈਕਟ੍ਰੋਨ ਗੇਨ ਕਿਸੇ ਕੋਲ ਲਿਆ ਤੇ ਤੁਸੀਂ ਰਿਣੀ ਮਹਿਸੂਸ ਕਰੋਗੇ, ਠੀਕ ਹੈ ਨਾ। ਜਦੋਂ ਤੁਸੀਂ ਕਿਸੇ ਨੂੰ ਦਿੱਤਾ ਤਾਂ ਤੁਹਾਡੇ ਤੇ ਪੋਜ਼ਿਟਿਵ ਚਾਰਜ ਆਏਗਾ ਕਿ ਤੁਸੀਂ ਮਹਿਸੂਸ ਕਰੋਗੇ ਕਿ ਅਸੀਂ ਦਿੱਤਾ। ਇਹਦਾ ਮਤਲਬ A ਰਿਣਾਤਮਕ ਆਇਨ, ਜਿਹਨੂੰ ਆਪਾਂ ਕੀ ਕਹਿੰਦੇ ਐਨਾਇਨ ਬਣਾਏਗਾ, ਮਤਲਬ A ਜਿਹੜਾ ਹੈ ਉਹ ਨੈਗੇਟਿਵ ਬਣਾਏਗਾ। ਠੀਕ ਹੈ। 21ਵੇਂ ਕੁਐਸਚਨ ਦੀ ਗੱਲ ਕਰਦੇ ਹਾਂ। ਨਾਈਟ੍ਰੋਜਨ ਦਾ ਪਰਮਾਣੂ ਅੰਕ 7 ਹੈ, ਫਾਸਫੋਰਸ ਦਾ ਪਰਮਾਣੂ ਅੰਕ 15 ਹੈ। ਆਵਰਤੀ ਸਾਰਣੀ ਦੇ ਗਰੁੱਪ 15 ਦੇ ਤੱਤ ਹਨ। ਇਹਨਾਂ ਦੋਵੇਂ ਤੱਤਾਂ ਦੀ ਇਲੈਕਟ੍ਰੋਨਿਕ ਤਰਤੀਬ ਲਿਖੋ ਬੇਟਾ। ਹੁਣ ਜੇ ਤੁਹਾਨੂੰ ਪਰਮਾਣੂ ਅੰਕ ਦਿੱਤਾ ਹੈ ਤਾਂ ਫਿਰ ਤਾਂ ਇਲੈਕਟ੍ਰੋਨਿਕ ਤਰਤੀਬ ਲਿਖਣੀ ਬਹੁਤ ਹੀ ਸੌਖੀ ਹੈ। ਕਿਉਂ? ਕਿਉਂਕਿ ਜੇ 7 ਹੈ ਤਾਂ ਤੁਹਾਨੂੰ ਪਤਾ ਹੈ ਕਿ ਜੀ ਪਹਿਲੇ ਸ਼ੈੱਲ 'ਚ ਕਿੰਨੇ ਇਲੈਕਟ੍ਰੋਨ ਆਣੇ ਆ, K ਦੇ ਵਿੱਚ ਕਿੰਨੇ ਇਲੈਕਟ੍ਰੋਨ ਆਣੇ ਆ 2, ਤੇ L 'ਚ ਕਿੰਨੇ ਆਣੇ ਆ 5। ਠੀਕ ਹੈ ਬੇਟਾ। ਐਦਾਂ ਹੀ ਫਾਸਫੋਰਸ ਦੇ K 'ਚ 2, L 'ਚ ਕਿੰਨੇ ਆਣੇ 8, ਤੇ M 'ਚ ਕਿੰਨੇ ਆਣੇ 5। ਮੈਂ ਤੁਹਾਨੂੰ ਸੀਰੀਜ਼ ਸ਼ੁਰੂ ਤੋਂ ਹੀ ਸਿਖਾਤੀ ਹੋਈ ਹੈ, K L M N। ਪਹਿਲੇ ਸ਼ੈੱਲ ਨੂੰ ਆਪਾਂ K ਕਹਿੰਦੇ ਆ, ਦੂਜੇ ਨੂੰ L ਕਹਿੰਦੇ ਆ, ਤੀਜੇ ਨੂੰ M ਕਹਿੰਦੇ ਆ, ਚੌਥੇ ਨੂੰ N ਕਹਿੰਦੇ ਆ। ਠੀਕ ਹੈ। ਫਾਸਫੋਰਸ ਦੀ ਇਲੈਕਟ੍ਰੋਨਿਕ ਤਰਤੀਬ ਵੀ ਤੁਹਾਡੇ ਸਾਹਮਣੇ ਆ ਗਈ। ਇਹਨਾਂ ਦੋਵੇਂ ਤੱਤਾਂ ਦੀ ਇਲੈਕਟ੍ਰੋਨਿਕ ਤਰਤੀਬ ਲਿਖੋ। ਨਾਈਟ੍ਰੋਜਨ ਦੀ ਜਿਹੜੀ ਬਿਜਲਈ ਰਿਣਾਤਮਕ ਹੈ, ਨੈਗੇਟਿਵਿਟੀ ਹੈ, ਇਲੈਕਟ੍ਰੋਨ ਨੈਗੇਟਿਵਿਟੀ ਅਧਿਕ ਹੋਵੇਗੀ, ਕਿਉਂਕਿ ਇਸ ਦੇ ਬਾਹਰਲੇ ਸ਼ੈੱਲ ਦੇ ਪਰਮਾਣੂ ਦੇ ਕੇਂਦਰ ਦੇ ਨੇੜੇ ਹੈ। ਹਨਾ। ਹੁਣ ਦੇਖੋ, ਜੇ ਮੈਂ ਇਹਦਾ ਬਣਾਵਾਂ ਨਾਈਟ੍ਰੋਜਨ ਦਾ, ਆਹ ਤੁਹਾਡਾ ਕੇਂਦਰ ਹੈ, ਆਹ ਤੁਹਾਡੇ ਬਾਹਰ 2 ਸ਼ੈੱਲ ਹੈ, ਤੇ ਓਬਵੀਅਸ ਹੈ ਇੱਥੇ ਬਾਹਰ 3 ਸ਼ੈੱਲ ਹੈ। ਇਹਦੀ ਨਿਊਕਲੀਅਸ ਦੇ ਨਾਲ ਅਟਰੈਕਸ਼ਨ ਜ਼ਿਆਦਾ ਹੋਏਗੀ, ਇਸ ਲਈ ਪਰਮਾਣੂ ਕੇਂਦਰ ਇਲੈਕਟ੍ਰੋਨ ਤੋਂ ਅਧਿਕ ਬਲ ਨਾਲ ਆਕਰਸ਼ਿਤ ਕਰੇਗਾ। ਠੀਕ ਹੈ ਨਾ। ਜੇ ਕੁਐਸਚਨ ਇਹ ਵੀ ਪੁੱਛਿਆ ਜਾਵੇ ਕਿ ਕਿਹਦੀ ਇਲੈਕਟ੍ਰੋਨਿਕ ਜਿਹੜੀ ਨੈਗੇਟਿਵਿਟੀ ਹੈ ਉਹ ਜ਼ਿਆਦਾ ਹੋਏਗੀ ਜਾਂ ਬਿਜਲਈ ਰਿਣਾਤਮਕ ਜ਼ਿਆਦਾ ਹੋਏਗੀ, ਤਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿਹੜੀ ਨਾਈਟ੍ਰੋਜਨ ਹੈ ਉਹਦੀ ਅਧਿਕ ਹੋਏਗੀ, ਕਿਉਂਕਿ ਇਸ ਦੇ ਪਰਮਾਣੂ ਕੇਂਦਰ ਇਲੈਕਟ੍ਰੋਨ ਨੂੰ ਅਧਿਕ ਬਲ ਨਾਲ ਆਕਰਸ਼ਿਤ ਕਰਦੇ ਨੇ। ਨੈਕਸਟ ਕੁਐਸਚਨ ਨੰਬਰ 22। ਤੱਤਾਂ ਦੀ ਇਲੈਕਟ੍ਰੋਨਿਕ ਤਰਤੀਬ ਦਾ ਆਧੁਨਿਕ ਵਰਤੀ ਸਾਰਣੀ ਵਿੱਚ ਤੱਤਾਂ ਦੀ ਸਥਿਤੀ ਨਾਲ ਕੀ ਸੰਬੰਧ ਹੈ। ਬੇਟਾ ਬਹੁਤ ਹੀ ਈਜ਼ੀ ਕੁਐਸਚਨ ਹੈ ਕਿ ਜਿਹੜੀ ਇਲੈਕਟ੍ਰੋਨਿਕ ਤਰਤੀਬ ਹੈ ਉਹਦੇ ਨਾਲ ਆਧੁਨਿਕ ਵਰਤੀ ਸਾਰਣੀ ਵਿੱਚ ਤੱਤਾਂ ਦੀ ਸਥਿਤੀ ਨਾਲ ਕੀ ਸੰਬੰਧ ਹੈ, ਤੇ ਗੱਲ ਕਰਾਂਗੀ ਕਿ ਜਿਹੜੀ ਇਲੈਕਟ੍ਰੋਨਿਕ ਤਰਤੀਬ ਆਧੁਨਿਕ ਵਰਤੀ ਸਾਰਣੀ ਵਿੱਚ ਤੱਤਾਂ ਦੀ ਸਥਿਤੀ ਨਾਲ ਸੰਬੰਧ ਹੈ। ਕਿਸੇ ਪਰਮਾਣੂ ਦੀ ਇਲੈਕਟ੍ਰੋਨਿਕ ਤਰਤੀਬ ਆਧੁਨਿਕ ਵਰਤੀ ਸਾਰਣੀ ਵਿੱਚ ਇਸ ਦੀ ਸਥਿਤੀ ਨਾਲ ਸੰਬੰਧਿਤ ਹੈ ਕਿ ਪਰਮਾਣੂਆਂ ਦੇ ਬਾਹਰਲੇ ਸ਼ੈੱਲਾਂ ਵਿੱਚੋਂ ਇਲੈਕਟ੍ਰੋਨ ਦੀ ਸੰਖਿਆ ਸਮਾਨ ਹੁੰਦੀ ਹੈ ਤਾਂ ਉਹਨਾਂ ਨੂੰ ਇੱਕੋ ਹੀ ਗਰੁੱਪ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ। ਜਿਹਦੇ ਬਾਹਰ 5 ਇਲੈਕਟ੍ਰੋਨ ਹੈ ਉਹ 15ਵੇਂ ਗਰੁੱਪ 'ਚ ਹੀ ਹੈ। ਠੀਕ ਹੈ ਨਾ। ਸਭ ਤੋਂ ਬਾਹਰਲੇ ਸ਼ੈੱਲ ਵਿੱਚ ਵਿਵਸਥਿਤ ਸਥਿਤ ਇਲੈਕਟ੍ਰੋਨ ਦੀ ਸੰਖਿਆ ਉਸ ਦੇ ਤੱਤ ਦੇ ਸਮੂਹ ਦੇ ਸੰਖਿਆ ਨੂੰ ਦਰਸਾਉਂਦੀ ਹੈ। ਬਾਹਰਲੇ ਸ਼ੈੱਲ ਦੀ ਸੰਖਿਆ ਪੀਰੀਅਡ ਨੂੰ ਸੂਚਿਤ ਕਰਦੀ ਹੈ। ਜਦੋਂ ਕਿਸੇ ਪੀਰੀਅਡ ਵਿੱਚ ਖੱਬਿਓਂ ਸੱਜੇ ਜਾਂਦੇ ਹੋਏ ਸੰਯੋਜਕਤਾ ਸੈੱਲ ਇਲੈਕਟ੍ਰੋਨ ਦੀ ਸੰਖਿਆ ਇਕਾਈ ਵੱਧ ਜਾਂਦੀ ਹੈ। ਜਿੱਦਾਂ ਕਿ ਆਪਾਂ ਕਹਿੰਦੇ ਹਾਂ ਕਿ ਇਹਦੇ ਵਿੱਚ ਇਹਦੇ ਜਿਹੜੇ ਬਾਹਰਲੇ ਸ਼ੈੱਲ ਹੈ ਉਹਦੇ 'ਚ 3 ਇਲੈਕਟ੍ਰੋਨ ਹੈ, ਤੇ ਸਾਰੇ ਉਹ ਪਰਮਾਣੂ ਜਿਨ੍ਹਾਂ ਦੇ ਬਾਹਰਲੇ ਸ਼ੈੱਲ ਵਿੱਚ 3 ਇਲੈਕਟ੍ਰੋਨ ਹੈ ਉਹ ਸਾਰੇ ਇੱਕੋ ਹੀ ਜਗ੍ਹਾ ਤੇ ਮੌਜੂਦ ਹੈ। ਹੁਣ ਆਧੁਨਿਕ ਵਰਤੀ ਸਾਰਣੀ ਵਿੱਚ ਕੈਲਸ਼ੀਅਮ ਦਾ ਪਰਮਾਣੂ ਅੰਕ 20 ਹੈ। ਇਸ ਦੇ ਚਾਰੇ ਪਾਸੇ 12, 19, 21 ਅਤੇ 38 ਪਰਮਾਣੂ ਅੰਕਾਂ ਵਾਲੇ ਤੱਤ ਮੌਜੂਦ ਹਨ। ਇਹਨਾਂ ਵਿੱਚੋਂ ਕਿਸ ਦੇ ਭੌਤਿਕ ਅਤੇ ਰਸਾਇਣਿਕ ਗੁਣ ਕੈਲਸ਼ੀਅਮ ਵਰਗੇ ਹੋਣਗੇ।
परमाणु अंक 12 है जी वाले तत्त भौतिक ਅਤੇ ਰਸਾਇਣਿਕ ਗੁਣ ਪਰਮਾਣੂ ਅੰਕ 20 ਅਤੇ 38 ਵਾਲੇ ਤੱਤ ਸਮਾਨ ਹੋਣਗੇ ਕਿਉਂਕਿ ਇਹਨਾਂ ਦੇ ਬਾਹਰਲੇ ਸ਼ੈੱਲ ਵਿੱਚ ਕਿੰਨੇ ਆ 2 ਇਲੈਕਟ੍ਰੋਨ। ਬੇਟਾ ਦੇਖੋ ਕੈਲਸ਼ੀਅਮ 20 ਹੈ, ਠੀਕ ਹੈ, ਕੈਲਸ਼ੀਅਮ ਦੇ ਕਿੰਨੇ ਆ ਬਾਹਰਲੇ ਇਲੈਕਟ੍ਰੋਨ 2, ਠੀਕ ਹੈ, ਮੈਗਨੀਸ਼ੀਅਮ ਦੇ 2, पोटाशियम का साडा 1 है, ਸਕੈਂਡੀਅਮ ਦੇ 3 है, तो स्ट्रोंशियम ਦੇ भी किन्ने बाहरले शैल ਦੇ ਵਿੱਚ 2 इलैक्ट्रॉन, ठीक है ना। ਇਹਦਾ मतलब परमाणु अंक 12 किदा मैग्नीशियम का, ਤੇ ਜਿਹੜਾ परमाणु अंक 38 किदा स्ट्रोंशियम का। बेटा क्यों इन्हां दे गुण बड़े क्वेश्चन पूछे जाते हैं, किदे गुण किदे वर्गे होणगे, सिर्फ तुहानूं इलैक्ट्रॉनिक तरतीब लिखनी आनी चाहिए है। जे तुहानूं इलैक्ट्रॉनिक तरतीब लिखनी आ गई तो तुसीं बहुत आसानी नाल कह सकते हो कि ਇਹਦੇ बाहरले गुण ਇਹਦੇ समान होणगे। क्यों होणगे? क्योंकि बाहरले शैल विच 2 इलैक्ट्रॉन हैं। बेटा कल जिहड़ा मैं अगला क्वेश्चन तुहाडे नाल लवांगी वो मैं लवांगी कि आधुनिक आवर्ती सारणी अते मैंडलीफ आवर्तिक सारणी दे तत्तां दी तरतीब दी तुलना करो। एंड वेरी इंपॉर्टेंट दिस टॉपिक इज, सो बने रहो मेरे नाल, आपां इस चैप्टर दा हर टॉपिक क्लीयर करांगे। टिल दैन गुड बाय, टेक